गुड आफ्टरनून स्टूडेंट। सो बेटा जी ਅਸੀਂ ਲਾਸਟ ਲੈਕਚਰ ਵਿੱਚ ਕਰ ਰਹੇ ਸੀ ਲੋਕਲ ਮੈਕਸਿਮਾ ਐਂਡ ਲੋਕਲ ਮਿਨੀਮਾ। ਸੋ ਅੱਜ ਲੋਕਲ ਮੈਕਸਿਮਾ ਤੇ ਲੋਕਲ ਮਿਨੀਮਾ ਦਾ ਲਾਸਟ ਲੈਕਚਰ ਆ ਆਫ ਦਿਸ ਟੌਪਿਕ, ਔਰ ਇਸ ਤੋਂ ਬਾਅਦ ਸਾਡੇ ਕੋਲ ਆਊਗਾ ਐਬਸੋਲੂਟ ਮੈਕਸਿਮਾ ਐਂਡ ਐਬਸੋਲੂਟ ਮਿਨੀਮਾ। ਸੋ ਐਬਸੋਲੂਟ ਮੈਕਸਿਮਾ ਔਰ ਐਬਸੋਲੂਟ ਮਿਨੀਮਾ ਅਸੀਂ ਕੱਲ੍ਹ ਕਰਾਂਗੇ। ਸੋ ਅੱਜ ਜਿਹੜੇ ਰਹਿੰਦੇ ਸੀ ਲੋਕਲ ਮੈਕਸਿਮਾ ਲੋਕਲ ਮਿਨੀਮਾ ਦੇ ਕੁਐਸਚਨ ਉਹ ਅਸੀਂ ਕਰਾਂਗੇ। ਸੋ ਇਹਦੇ ਵਿੱਚ ਦੋ ਕੁਐਸਚਨ ਜਿਹੜੇ ਆ ਮੈਂ ਸੋਲਵ ਕੀਤੇ ਹੋਏ ਟ੍ਰਿਗਨੋਮੈਟਰੀ ਜਿਹੜੇ ਥੋੜ੍ਹੇ ਅਲੱਗ ਸੀ, ਬਾਕੀ ਸਾਰੇ ਸੇਮ ਹੈਗੇ ਆ, ਅਤੇ ਦੋ ਤਿੰਨ ਕੁਐਸਚਨ ਤੁਹਾਨੂੰ ਅਸੀਂ ਕਰਨ ਵਾਸਤੇ ਵੀ ਦਿੱਤੇ ਹੋਏ ਆ। ਠੀਕ ਹੈ ਜੀ। ਸੋ ਦੇਖਦੇ ਹਾਂ, ਫਾਈਂਡ ਲੋਕਲ ਮੈਕਸਿਮਾ ਐਂਡ ਲੋਕਲ ਮਿਨੀਮਾ fx is equal to x cube minus 6x square plus 9x plus 15. So single derivative 3x square minus 12x plus 9 is the 3x square is the 12x is the 9. ਸੋ ਅਸੀਂ ਦੱਸਿਆ ਸੀ ਕਿ ਸਿੰਗਲ ਡੈਰੀਵੇਟਿਵ ਨੂੰ ਇਕੁਅਲ ਟੂ 0 ਕਰ ਦਈਏ, ਸਿੰਗਲ ਡੈਰੀਵੇਟਿਵ ਨੂੰ ਇਕੁਅਲ ਟੂ 0 ਕਰਕੇ ਆਪਾਂ ਫੈਕਟਰ ਕੱਢਣੇ। ਇਹਨਾਂ ਵਿੱਚੋਂ 3 ਕਾਮਨ ਕੱਢ ਲਿਆ, ਇੱਥੇ 3x 3 ਕਾਮਨ ਕੱਢ ਲਿਆ, 3 ਚੌਕੇ 12 3 ਕਾਮਨ ਕੱਢ ਲਿਆ, 3 3 9 3 ਕਾਮਨ ਕੱਢ ਲਿਆ। ਇਸ ਦੇ ਬੇਟਾ ਫੈਕਟਰ ਇਹ 3 ਇੱਧਰ 0 ਬਣ ਗਿਆ, ਇਸ ਦੇ ਫੈਕਟਰ ਬਣੇ x ਮਾਈਨਸ 1 ਐਂਡ x ਮਾਈਨਸ 3 ਇਜ਼ ਇਕੁਅਲ ਟੂ 0, ਔਰ x ਦੀ ਵੈਲਿਊ ਆ ਗਈ 1 ਐਂਡ 3। ਫਿਰ ਕੱਢਿਆ ਸੀ ਡਬਲ ਡੈਰੀਵੇਟਿਵ, 3x ਸਕੁਏਅਰ ਦਾ ਡੈਰੀਵੇਟਿਵ 6x ਮਾਈਨਸ 12x ਦਾ ਡੈਰੀਵੇਟਿਵ ਮਾਈਨਸ 12। ਫਸਟ ਆਪਾਂ x ਦੀ ਵੈਲਿਊ ਜਿਹੜੀ 1 ਦਿੱਤੀ ਹੈ ਇੱਥੇ ਪੁੱਟ ਕੀਤੀ, ਜਦੋਂ x ਦੀ ਵੈਲਿਊ 1 ਪੁੱਟ ਕੀਤੀ ਆ ਗਿਆ ਮਾਈਨਸ 6। ਅਤੇ ਮੈਂ ਕੱਲ੍ਹ ਵੀ ਇਹਦੇ ਬਾਰੇ ਡਿਸਕਸ ਕੀਤਾ ਸੀ ਕਿ ਜਦੋਂ ਵੈਲਿਊ 0 ਤੋਂ ਛੋਟੀ ਹੋਵੇ ਤਾਂ ਵੈਲਿਊ ਲੋਕਲ ਮੈਕਸਿਮਾ, ਜਦੋਂ ਵੈਲਿਊ 0 ਤੋਂ ਵੱਡੀ ਹੋਵੇ ਤਾਂ ਲੋਕਲ ਮਿਨੀਮਾ। ਇਹ ਵੈਲਿਊ 0 ਤੋਂ ਛੋਟੀ ਹੈਗੀ ਆ, ਸੋ ਦੈਟ ਇਜ਼ ਅ ਲੋਕਲ ਮੈਕਸਿਮਾ। ਸੋ ਇਹ x ਇਜ਼ ਇਕੁਅਲ ਟੂ 1 ਦ ਕੋਰਸਪੋਂਡਿੰਗਸ ਟੂ ਇਹੀ x ਇਜ਼ ਇਕੁਅਲ ਟੂ 1 ਆਪਾਂ ਕੋਰਸਪੋਂਡਿੰਗ ਵੈਲਿਊ ਕੱਢਣ ਵਾਸਤੇ ਵੀ ਵਰਤਣੀ ਆ। ਇਹ x ਦੀ ਵੈਲਿਊ 1 ਜਿੱਥੋਂ ਕੁਐਸਚਨ ਚੱਲਿਆ ਆ ਇੱਥੇ 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 ਵੀ ਪੁੱਟ ਕਰਤੀ, ਆ ਦੇਖੋ 1 ਪੁੱਟ ਕਰਤੀ ਤਾਂ ਸਾਡੇ ਕੋਲ ਆ ਗਿਆ 19। ਦੂਜੀ x ਦੀ ਵੈਲਿਊ ਕੀ 3 ਆ, x ਦੀ ਵੈਲਿਊ 3 ਜਿਹੜੀ ਹੈਗੀ ਆ ਇਹ ਵੀ ਇਸ ਦੇ ਡਬਲ ਡੈਰੀਵੇਟਿਵ ਦੇ ਵਿੱਚ ਅਸੀਂ ਪੁੱਟ ਕਰਤੀ, ਆ ਦੇਖੋ ਡਬਲ ਡੈਰੀਵੇਟਿਵ ਇੱਥੇ ਪੁੱਟ ਕੀਤੀ, ਜਿੱਦਾਂ 1 ਪੁੱਟ ਕੀਤੀ ਸੀ। 6 ਦੀ 18 ਮਾਈਨਸ 12 ਦੈਟ ਇਜ਼ 6 ਪੋਜ਼ੀਟਿਵ 6 ਦੈਟ ਇਜ਼ ਗ੍ਰੇਟਰ ਦੈਨ 0, that is a local minima। ਇਹ local minima ਬਣ ਗਈ corresponding to, ਜਦੋਂ local minima ਬਣ ਗਈ corresponding to f3, ਇਹ x is equal to 3 ਦੀ ਵੈਲਿਊ ਸਟਾਰਟਿੰਗ ਵਾਲੀ ਇਕੁਏਸ਼ਨ ਇਹਦੇ ਵਿੱਚ ਵੀ ਪੁੱਟ ਕਰਨੀ ਹੈਗੀ ਆ। ਤੇ ਸਾਡੇ ਕੋਲ ਕੀ ਆ ਗਿਆ 3 ਦਾ ਕਿਊਬ ਮਾਈਨਸ 6x ਦਾ ਸਕੁਏਅਰ ਪਲਸ 9 3 ਪਲਸ 15, ਇੱਥੇ ਵੀ x ਦੀ ਜਗ੍ਹਾ 'ਤੇ 3 ਪੁੱਟ ਕੀਤਾ। ਜਦੋਂ ਇਹਨਾਂ ਨੂੰ ਸੋਲਵ ਕੀਤਾ ਮੇਰੇ ਕੋਲ ਕਿੰਨਾ ਆ ਗਿਆ, ਆ ਦੇਖੋ 17 ਨਾਲ 27 27 54 ਨਾਲ ਕੈਂਸਲ, ਰਹਿ ਗਿਆ ਸਾਡੇ ਕੋਲ ਕਿੰਨਾ ਇਕੱਲਾ 15। ਠੀਕ ਹੈ ਜੀ, ਬਿਲਕੁਲ ਸਿੰਪਲ ਕੁਐਸਚਨ ਹੈਗਾ। ਨੈਕਸਟ ਦੇਖਦੇ ਹਾਂ। ਨੈਕਸਟ ਕੁਐਸਚਨ ਹੈ fx is equal to 2x cube minus 15x square plus 36x plus 11। ਪਹਿਲਾਂ ਤਾਂ ਸਿੰਗਲ ਡੈਰੀਵੇਟਿਵ that is 6x square minus 30x plus 36, ਇਹ ਆ ਗਿਆ f dash x that is 6x square minus 30x plus 36। ਇਸ ਵਿੱਚੋਂ 6 ਅਸੀਂ ਕਾਮਨ ਕੱਢ ਲਿਆ, 6 ਕਾਮਨ ਕੱਢਣ ਤੋਂ ਬਾਅਦ ਇਸ ਦੇ ਕਰ ਲਿਆ ਫੈਕਟਰ। ਫੈਕਟਰ ਕਰਨ ਤੋਂ ਬਾਅਦ x ਦੀ ਵੈਲਿਊ ਸਾਡੇ ਕੋਲ 2 ਆਈ ਹੈ ਕਿ 2y ਇੱਕ 3। ਪਹਿਲਾਂ ਆਪਾਂ ਡਬਲ ਡੈਰੀਵੇਟਿਵ, ਇਸ ਦਾ ਡਬਲ ਡੈਰੀਵੇਟਿਵ ਦੈਟ ਇਜ਼ 12x ਔਰ ਇਸ ਦਾ ਡਬਲ ਡੈਰੀਵੇਟਿਵ ਮਾਈਨਸ 30, ਔਰ x ਦੀ ਵੈਲਿਊ ਪਹਿਲਾਂ ਅਸੀਂ 2 ਪੁੱਟ ਕੀਤੀ ਇੱਥੇ, 12 ਦੂਣਾ 24 ਮਾਈਨਸ 3 ਮਾਈਨਸ ਆ ਗਿਆ ਮਾਈਨਸ 6x ਲੈਸ ਦੈਨ 0, 0 ਤੋਂ ਛੋਟੀ ਆ, ਦੈਟ ਇਜ਼ ਅ ਲੋਕਲ ਮੈਕਸਿਮਾ। ਐਂਡ ਕੋਰਸਪੋਂਡਿੰਗ ਟੂ ਇਹ x ਇਜ਼ ਇਕੁਅਲ ਟੂ 2 ਦੀ ਵੈਲਿਊ ਇੱਥੇ ਹੀ ਪੁੱਟ ਕਰਨੀ ਜਿੱਥੋਂ ਕੁਐਸਚਨ ਚੱਲਿਆ ਹੈਗਾ। ਜਦੋਂ ਇੱਥੇ ਪੁੱਟ ਕੀਤੀ ਸਾਡੇ ਕੋਲ, ਇਹਨੂੰ ਸੋਲਵ ਕੀਤਾ ਤਾਂ ਸਾਡੇ ਕੋਲ ਆ ਦੇਖੋ ਕਿੰਨਾ ਆ ਗਿਆ 39। ਨੈਕਸਟ x ਦੀ ਵੈਲਿਊ ਸੈਕੰਡ ਕੀ ਆ ਰਹੀ ਸਾਡੇ ਕੋਲ, x ਦੀ ਵੈਲਿਊ ਸੈਕੰਡ ਹੈਗੀ ਹੈ 3। ਹੁਣ x ਇਜ਼ ਇਕੁਅਲ ਟੂ 3 ਡਬਲ ਡੈਰੀਵੇਟਿਵ 'ਚ ਪੁੱਟ ਕੀਤਾ, ਇੱਥੇ 12x ਮਾਈਨਸ 30 ਸੀ, x ਦੀ ਵੈਲਿਊ ਆਪਾਂ ਇੱਥੇ ਪੁੱਟ ਕੀਤੀ, ਇਹ ਆ ਗਿਆ 12 3 36 36 ਮਾਈਨਸ 30, ਇਹ ਆ ਗਿਆ 6 ਪੋਜ਼ੀਟਿਵ। ਜਦੋਂ x ਦੀ ਵੈਲਿਊ 0 ਤੋਂ ਵੱਡੀ ਹੋਵੇ ਤਾਂ ਲੋਕਲ ਮਿਨੀਮਾ ਕੋਰਸਪੋਂਡਿੰਗ ਟੂ ਇਹ x ਇਜ਼ ਇਕੁਅਲ ਟੂ 3, ਜਿੱਥੇ ਆ 2 ਪੁੱਟ ਹੋ ਰਿਹਾ ਹੈਗਾ ਉੱਥੇ ਹੀ ਹੁਣ 3 ਪੁੱਟ ਕਰ ਦਿਓ ਸਟਾਰਟਿੰਗ ਵਾਲੀ ਇਕੁਏਸ਼ਨ ਦੇ ਵਿੱਚ। 3 ਪੁੱਟ ਕੀਤਾ, ਇਹਨੂੰ ਆਪਾਂ ਸੋਲਵ ਕੀਤਾ, ਦੈਟ ਇਜ਼ 54 ਔਰ 60 ਔਰ 72 ਔਰ ਦੈਟ ਇਜ਼ 11। ਇਸ ਨੂੰ ਸੋਲਵ ਕਰਨ 'ਤੇ ਸਾਡੇ ਕੋਲ ਕਿੰਨਾ ਆ ਗਿਆ 77। ਠੀਕ ਹੈ ਜੀ। ਨੈਕਸਟ ਦੇਖਦੇ ਹਾਂ। fx is equal to x ਦੀ ਪਾਵਰ 4 ਮਾਈਨਸ 60 x ਸਕੁਏਅਰ ਪਲਸ 120x plus 9 f dash x ਸਿੰਗਲ ਡੈਰੀਵੇਟਿਵ, ਇਸ ਦਾ ਡੈਰੀਵੇਟਿਵ ਇਹ ਆ ਗਿਆ,
इसका डेरीवेटिव ए आ गया, इसका डेरीवेटिव ए आ गया। सो एफ एक्स इज इक्वल टू 0। सो सिंगल डेरीवेटिव ਨੂੰ ਇਕੁਅਲ ਟੂ 0 ਕਰਤਾ। ਸੋ ਬੇਟਾ ਇਸ ਦੇ ਫੈਕਟਰ ਬਣਾਉਣੇ ਮੁਸ਼ਕਿਲ ਆ, ਕਿਉਂਕਿ ਆ ਕਾਂਸਟੈਂਟ ਹੈ, ਇਹ ਐਕਸ ਦੀ ਇਕੁਏਸ਼ਨ, ਇਹ ਐਕਸ ਦੀ ਕਿਊਬ ਆ। ਇਸ ਦੇ ਫੈਕਟਰ ਬਣਾਉਣੇ ਮੁਸ਼ਕਿਲ ਆ। ਇਸ ਦੇ ਫੈਕਟਰ ਇਹ ਬਣੇ ਆ। ਇਹ ਫੈਕਟਰ ਕਿੱਦਾਂ ਬਣੇ ਆ? ਸਭ ਤੋਂ ਪਹਿਲਾਂ ਇਹਦੇ ਫੈਕਟਰ ਬਣਾਉਣ ਵਾਸਤੇ ਸਾਨੂੰ ਮੈਥਡ ਲਾਉਣਾ ਪੈਂਦਾ ਆ, ਹਿੱਟ ਐਂਡ ਟ੍ਰੇਲ ਮੈਥਡ। ਹਿੱਟ ਐਂਡ ਟ੍ਰੇਲ ਮੈਥਡ। ਹਿੱਟ ਐਂਡ ਟ੍ਰੇਲ ਮੈਥਡ ਹੁੰਦਾ ਕੀ ਆ ਕਿ ਬਾਰੋ ਬਾਰੀ ਸਿਰ ਵੈਲਿਊ ਭਰੀ ਜਾਓ, ਜਿਹੜੀ ਵੈਲਿਊ ਨੂੰ ਪੁੱਟ ਕਰਨ ਤੇ 0 ਆ ਗਿਆ ਉਸ ਨਾਲ ਡਿਵਾਈਡ ਕਰਨਾ। ਪਹਿਲਾਂ x ਦੀ ਵੈਲਿਊ ਮੈਂ ਇੱਥੇ -1 ਪੁੱਟ ਕਰੀ। ਜੇ ਮੈਂ x ਦੀ ਵੈਲਿਊ -1 ਪੁੱਟ ਕੀਤੀ ਤੇ ਇਹਨਾਂ ਨੂੰ ਸੋਲਵ ਕੀਤਾ ਤਾਂ ਮੇਰੇ ਕੋਲ 0 ਨਹੀਂ ਆਇਆ। ਫਿਰ x ਦੀ ਵੈਲਿਊ ਮੈਂ 1 ਪੁੱਟ ਕੀਤੀ। ਜਦੋਂ ਇੱਥੇ 1 ਪੁੱਟ ਕੀਤੀ ਇੱਥੇ 4 ਆ ਗਿਆ। ਜਦੋਂ ਇੱਥੇ 1 ਪੁੱਟ ਕੀਤੀ 124 ਆ ਗਿਆ। ਤੇ ਆ 120, ਇਹ 120, 120 ਤੇ 4 ਆ ਗਏ 124। ਇੱਥੇ 1 ਪੁੱਟ ਕੀਤੀ ਸੀ, ਇਹ ਮਾਈਨਸ ਤੇ 124, 124 ਨਾਲ 124 ਕੱਟੇ ਗਿਆ, ਆਂਸਰ 0 ਆ ਗਿਆ। ਇਹਦਾ ਮਤਲਬ ਜਦੋਂ x ਦੀ ਵੈਲਿਊ ਅਸੀਂ 1 ਪੁੱਟ ਕੀਤੀ ਤੇ ਸਾਡੇ ਕੋਲ 0 ਬਣ ਗਿਆ। ਇਹਦਾ ਮਤਲਬ ਇਸ ਸਾਰੀ ਇਕੁਏਸ਼ਨ ਨੂੰ ਮੈਂ ਡਿਵਾਈਡ ਕਿਹਨਾਂ ਕਰਾਂਗਾ? x -1 ਆ। ਮਾਈਨਸ ਇਸ ਕਰਕੇ ਕਿਉਂਕਿ ਇਹ ਪਲੱਸ ਆ, ਜਦੋਂ ਇਹਨੂੰ ਇੱਧਰ ਲੈ ਜਾਵਾਂਗੇ ਇਹ ਕੀ ਹੋ ਜੂਗੀ? ਮਾਈਨਸ। ਤੇ ਇਹ ਦੇਖਿਓ ਮੈਂ ਇਕੁਏਸ਼ਨ ਨੂੰ ਡਿਵਾਈਡ ਕੀਤਾ ਹੋਇਆ, ਆ ਦੇਖਿਓ, ਆ ਦੇਖੋ ਡਿਵਾਈਡ ਕੀਤਾ ਹੋਇਆ। ਇਹਨੂੰ ਵਿੱਚ ਰੱਖ ਕੇ ਜਦੋਂ ਮੈਂ ਡਿਵਾਈਡ ਕੀਤਾ ਤੇ ਮੇਰੇ ਕੋਲ ਆ ਗਿਆ 4x² + 4x - 120। ਬਾਕੀ ਸਾਡੇ ਕੋਲ ਸਾਰੀ ਟਰਮ ਜਿਹੜੀ ਹੈਗੀ ਆ ਉਹ ਕੱਟੀ ਗਈ ਸਾਰੇ ਕੋਲ। ਠੀਕ ਹੈ ਜੀ। ਤੋ ਇਸੇ ਤਰ੍ਹਾਂ ਸਾਡੇ ਕੋਲ ਫੈਕਟਰ ਸਾਡੇ ਕੋਲ ਬਣ ਗਏ। ਫੈਕਟਰ ਬਣਨ ਤੋਂ ਬਾਅਦ ਇਹਨਾਂ 'ਚੋਂ 4 ਇੱਚੋਂ ਕਾਮਨ ਕੱਢ ਲਿਆ, 4 ਇੱਚੋਂ ਕਾਮਨ, 4 ਇੱਚੋਂ ਕਾਮਨ ਕੱਢਿਆ। ਉਸ ਤੋਂ ਬਾਅਦ ਸਾਡੇ ਕੋਲ ਕੀ ਆ ਗਿਆ? ਆ 4 ਇੱਧਰ 0 ਬਣ ਗਿਆ। ਆ ਦੇਖੋ ਕੋਈ ਐਸਾ ਨੰਬਰ ਦੱਸੋ ਜਿਹਨੂੰ ਮਲਟੀਪਲਾਈ ਕਰਨ ਤੇ 30 ਬਣ ਜਾਏ ਔਰ ਐਡ ਕਰਨ ਤੇ ਸਾਡੇ ਕੋਲ 1 ਬਣ ਜਾਏ। ਉਹ ਸਾਡੇ ਕੋਲ ਨੰਬਰ ਕੀ ਹੈ? 6। 6 ਨੂੰ 5 ਨਾਲ ਮਲਟੀਪਲਾਈ ਕੀਤਾ ਤਾਂ 30 ਬਣ ਗਿਆ। 6 ਵਿੱਚੋਂ 5 ਮਾਈਨਸ ਕੀਤੇ ਤੇ ਸਾਡੇ ਕੋਲ 1 ਬਣ ਗਿਆ। ਸੋ ਇਹਦੇ ਫੈਕਟਰ ਇਹ ਬਣ ਗਏ। ਸੋ ਇੱਥੋਂ ਸਾਡੇ ਕੋਲ 3 ਫੈਕਟਰ ਬਣੇ, ਦੈਟ ਇਜ਼ x ਇਜ਼ ਇਕੁਅਲ ਟੂ 1 ਔਰ x ਇਜ਼ ਇਕੁਅਲ ਟੂ 5 ਔਰ x ਇਜ਼ ਇਕੁਅਲ ਟੂ -6। ਠੀਕ ਹੈ ਜੀ। ਬਾਕੀ ਸਾਡੇ ਕੋਲ ਸਾਰੇ ਸਟੈਪ ਸੇਮ ਆ। ਫਸਟ ਡਬਲ ਡੈਰੀਵੇਟਿਵ ਮੈਂ ਇਹਦਾ ਕੱਢਣਾ, ਇਸ ਦਾ ਡਬਲ ਡੈਰੀਵੇਟਿਵ ਦੈਟ ਇਜ਼ 12x², ਇਸ ਦਾ ਡੈਰੀਵੇਟਿਵ -124। ਇਹ ਬਣ ਗਿਆ ਸਾਡੇ ਕੋਲ 0। ਸਭ ਤੋਂ ਪਹਿਲਾਂ x ਦੀ ਵੈਲਿਊ ਮੈਂ 1 ਪੁੱਟ ਕੀਤੀ। ਜਦੋਂ ਇੱਥੇ 1 ਪੁੱਟ ਕੀਤੀ 12 - 124 -112, -112 ਵੈਲਿਊ ਜਿਹੜੀ ਆ ਉਹ 0 ਤੋਂ ਛੋਟੀ ਆ। ਜੇ 0 ਤੋਂ ਛੋਟੀ ਆ ਇਹਦਾ ਮਤਲਬ ਲੋਕਲ ਮੈਕਸਿਮਾ। ਫਿਰ ਐਟ ਕੋਰਸਪੋਂਡਿੰਗ ਵੈਲਿਊ ਇਹ 1 ਜਿਹੜੀ ਆ ਚੱਕ ਕੇ ਤੁਸੀਂ ਇੱਥੇ ਵੀ ਪੁੱਟ ਕਰਨੀ ਆ, ਇੱਥੇ ਇੱਥੇ ਇੱਥੇ। ਜਦੋਂ 1 ਪੁੱਟ ਕੀਤੀ ਆ ਦੇਖਿਓ ਜੀ ਸਾਡੇ ਕੋਲ ਕਿੰਨਾ ਆ ਗਿਆ? 68। ਫਿਰ x ਦੀ ਵੈਲਿਊ ਦੂਸਰੀ ਹੈਗੀ 5। ਜਦੋਂ ਇਹਦੇ ਡਬਲ ਡੈਰੀਵੇਟਿਵ ਵਿੱਚ ਮੈਂ 5 ਪੁੱਟ ਕੀਤਾ, ਆ ਦੇਖੋ ਜੀ ਡਬਲ ਡੈਰੀਵੇਟਿਵ ਵਿੱਚ ਇੱਥੇ 5 ਪੁੱਟ ਕੀਤਾ। 5 12 5 5 5 25, 25 ਨੂੰ 12 ਨਾਲ ਕੀਤਾ 300 ਆ ਗਿਆ। -120 176। ਇਹ 0 ਤੋਂ ਵੱਡੀ ਆ, ਲੋਕਲ ਮਿਨੀਮਮ। ਕੋਰਸਪੋਂਡਿੰਗ ਟੂ ਵੈਲਿਊ, ਕੋਰਸਪੋਂਡਿੰਗ ਵੈਲਿਊ ਵੀ ਕੱਢਣੀ। ਇਹ x ਦੀ ਵੈਲਿਊ 5 ਫਿਰ ਚੱਕ ਕੇ ਤੁਸੀਂ ਸਟਾਰਟਿੰਗ 'ਚ ਇੱਥੇ ਵੀ ਔਰ ਇੱਥੇ ਵੀ ਪੁੱਟ ਕਰਨੀ। ਲਓ ਜੀ ਮੈਂ ਪੁੱਟ ਕੀਤੀ, ਮੇਰੇ ਕੋਲ ਆ ਗਿਆ 122। ਤੀਜੀ x ਦੀ ਵੈਲਿਊ ਹੈਗੀ -6। ਇਹ -6 ਵੀ ਇਹਦੇ ਡਬਲ ਡੈਰੀਵੇਟਿਵ ਵਿੱਚ ਪੁੱਟ ਕੀਤੀ ਆ, ਇੱਥੇ ਪੁੱਟ ਕੀਤੀ ਆ ਤੇ ਸਾਡੇ ਕੋਲ ਕੀ ਆ ਗਿਆ? ਸੋਲਵ ਕਰਨ ਤੇ 308। ਜਿਹੜਾ 308 ਆ ਇਹ ਵੀ ਵੈਲਿਊ ਜਿਹੜੀ ਸਾਡੇ ਕੋਲ ਇਹ ਵੱਡੀ ਹੈਗੀ ਆ, ਕਿ ਤੋਂ 0 ਤੋਂ ਵੱਡੀ ਆ। ਜੇ 0 ਤੋਂ ਵੱਡੀ ਆ ਇਹਦਾ ਮਤਲਬ ਇਹ ਵੀ ਕੀ ਬਣ ਗਿਆ ਸਾਡੇ ਕੋਲ? ਮਿਨੀਮਮ। ਕੀ ਬਣ ਗਿਆ ਇਹ ਵੀ ਵੈਲਿਊ ਸਾਡੇ ਕੋਲ ਮਿਨੀਮਮ ਆਈ ਆ, ਮਿਨੀਮਮ ਵੈਲਿਊ ਆਈ ਹੈ ਸਾਡੇ ਕੋਲ ਇਹ ਵੀ। ਪਰ ਇਹ ਜਿਹੜੀ ਮਿਨੀਮਮ ਵੈਲਿਊ ਆਈ ਆ ਇਹ ਕਿਹੜੀ ਹੈਗੀ ਆ? ਲੋਕਲ ਮਿਨੀਮਾ। ਠੀਕ ਹੈ। ਸੋ ਇਹ x ਇਜ਼ ਇਕੁਅਲ ਟੂ -6 ਜਿਹੜੀ ਆ ਇਹ ਸਟਾਰਟਿੰਗ 'ਚ ਚੱਕ ਕੇ ਵੀ ਇੱਥੇ ਵੀ ਪੁੱਟ ਕਰਨਾ ਹੈ। ਇੱਥੇ x ਇਜ਼ ਇਕੁਅਲ ਟੂ -6 ਪੁੱਟ ਕੀਤੀ। ਲਓ ਜੀ ਆ ਦੇਖੋ -6 ਮੈਂ ਪੁੱਟ ਕੀਤੀ ਹੈ। ਸੋਲਵ ਕਰਨ 'ਤੇ ਕਿੰਨਾ ਆ ਗਿਆ? 107। ਪਹਿਲਾਂ ਸਾਡੇ ਕੋਲ 2 ਵੈਲਿਊ ਆਉਂਦੀਆਂ ਸੀ, ਹੁਣ ਸਾਡੇ ਕੋਲ 3 ਵੈਲਿਊ ਆਉਣ ਲੱਗ ਪਈਆਂ। ਠੀਕ ਹੈ ਜੀ। ਨੈਕਸਟ ਦੇਖਦੇ ਹਾਂ, ਥੋੜ੍ਹਾ ਡਿਫਰੈਂਟ ਕੁਐਸਚਨ ਹੈ। ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ, ਥੋੜ੍ਹਾ ਡਿਫਰੈਂਟ ਕੁਐਸਚਨ ਹੈ। ਸੋ fx ਇਜ਼ ਇਕੁਅਲ ਟੂ sin x - cos x। ਲਿਮਿਟ ਦਿੱਤੀ ਆ 0 to x to 2π। ਫਸਟ ਕੀ ਹੈਗਾ? ਇਸ ਦਾ ਡੈਰੀਵੇਟਿਵ cos ਔਰ cos ਦਾ ਡੈਰੀਵੇਟਿਵ -sin। ਸੋ ਸਿੰਗਲ ਡੈਰੀਵੇਟਿਵ ਨੂੰ ਇਕੁਅਲ ਟੂ 0 ਕੀਤਾ। ਆਹ ਸਿੰਗਲ ਡੈਰੀਵੇਟਿਵ ਸੀ, ਇਹਨੂੰ ਇਕੁਅਲ ਟੂ 0 ਕੀਤਾ। cos ਨੂੰ ਪਰਲੇ ਪਾਸੇ ਲੈ ਗਿਆ, sin -cos ਬਣ ਗਿਆ। ਇਸ cos ਨੂੰ ਚੱਕ ਕੇ ਬੇਟਾ ਇਸ ਦੇ ਨੀਚੇ ਲੈ ਗਏ। ਜਦੋਂ ਇਸ cos ਨੂੰ ਚੱਕ ਕੇ ਇਹਦੇ ਨੀਚੇ ਲੈ ਗਏ, sin ਬਟਾ cos ਬਣ ਗਿਆ tan। ਇੱਥੇ ਬਣ ਗਿਆ -1। ਹੁਣ ਆਪੋ ਹੀ ਦੇਖਿਓ tan ਕਿਹੜੇ ਕੁਆਡਰੈਂਟ ਦੇ ਵਿੱਚ -1 ਹੁੰਦਾ? ਅਸੀਂ +1 ਦੇ ਵਿੱਚ ਪੜ੍ਹਦੇ ਆਏ ਹਾਂ ਕਿ ਆਲ ਸਕੂਲ ਟੂ ਕਾਲਜ ਪੜ੍ਹਦੇ ਆਏ ਹਾਂ, ਆਲ ਸਕੂਲ ਕਾਲਜ। ਇਹਦਾ ਮਤਲਬ ਪਹਿਲੇ ਵਿੱਚ ਸਾਰੇ ਪੋਜ਼ੀਟਿਵ ਹੁੰਦੇ, ਦੂਜੇ ਵਿੱਚ ਸਾਈਨ ਪੋਜ਼ੀਟਿਵ ਹੁੰਦਾ ਆ ਤੇ ਕੋਸੀਕੈਂਟ ਪੋਜ਼ੀਟਿਵ ਹੁੰਦਾ। ਇਹਦਾ ਮਤਲਬ ਕਿ ਇੱਥੇ tan ਕੀ ਹੋਵੇਗਾ? ਨੈਗੇਟਿਵ 2। tan ਪੋਜ਼ੀਟਿਵ ਆ,
कॉलेज कॉज का मतलब इत्थे कॉज पॉजिटिव होंदा ते सीकेंट पॉजिटिव होंदा, बाकी सारे नैगेटिव। ਇਹਦਾ मतलब कि इत्थे भी टैन नैगेटिव होऊगा। ਇਹਦਾ मतलब एक तो साडे कोल इत्थे नैगेटिव मतलब कि पाई माइनस, ते इत्थे नैगेटिव मतलब कि 2 पाई माइनस, इत्थे 360 ते इत्थे पाई ते इत्थे 2 पाई। आ देखियो हुण नैगेटिव वैल्यू कित्थे कित्थे हुंदी आ, माइनस टैन पाई बाई 4, टैन एक तो पाई बाई 4 मतलब होंदा 45 डिग्री, 45 डिग्री ते एक हुंदी है वैल्यू टैन पाई माइनस पाई बाई 4, दूजी टैन 2 पाई माइनस पाई बाई 4। आ हैगा दूजा क्वाड्रेंट, आ हैगा चौथा क्वाड्रेंट। दूजे ते चौथे दे विच टैन नैगेटिव हुंदा आ। जे टैन दे नाल टैन मैं कटदा वां, एक्स की वैल्यू की आऊगी 4 एकम 4, 4 दे विचों 1 पाई घटाता 3 पाई बटा 4। जे आ भी टैन दे नाल टैन कटदा वां, एक्स की वैल्यू 4 दूनी 8, 8 विचों 1 पाई घटाता 7 पाई बाई 4। एक्स दीयां दो वैल्यू आ गईयां। हुण डबल डेरीवेटिव दिता, डबल डेरीवेटिव कढ लिया मैं। डबल डेरीवेटिव आ देखो जी, ਇਹਦਾ कॉज का डेरीवेटिव आ गया साढ़े को माइनस साइन, तो साइन का डेरीवेटिव आ गया मेरे को कॉज। एक्स की वैल्यू इत्थे मैं 3 पाई बाई 4 पुट की, इत्थे भी 3 पाई बाई 4। जो 3 पाई बाई 4 पुट की तो इन भी नैगेटिव वैल्यू दी, 1 बटा -1 ओवर √2, तो कॉज भी जोड़ा आ वो भी नैगेटिव वैल्यू दिंदा। याद रखना कॉज नैगेटिव वैल्यू दिंदा, साइन पॉजिटिव वैल्यू देनी इत्थे इन्हें, तो पॉजिटिव तो देनी देनी, इस करके मुरे माइनस वो माइनस रहना इन्हें नैगेटिव देनी। -1 बाई √2 -1 बाई √2, इसनों सॉल्व किया साढ़े को आ गया कि जो 2 आ उन्होंने लिख सकते √2 इंटू √2, √2 ना √2 कैंसल हो गया, -√2 0 तो छोटा आ, इस करके ये आ गया लोकल मैक्सीमा। कोरसपोंडिंग वैल्यू यही एक्स इज इक्वल टू ये स्टार्टिंग वाले फंक्शन च भी पुट कर दिओ, इत्थे साइन 3 पाई बाई 4 माइनस कॉस 3 पाई बाई 4। जो साइन 3 पाई बाई 4 कॉस 3 पाई बाई 4 पुट की, मैं तुम दसिया कि साइन 3 पाई बाई 4 तो पॉजिटिव वैल्यू आनी 1 ओवर √2, तो कॉस 3 पाई बाई 4 ने नैगेटिव वैल्यू देनी। आ देखो इत्थे भी कॉस 3 पाई बाई 4 वैल्यू आ तो नैगेटिव दी आ, इत्थे भी कॉस 3 पाई बाई 4 वैल्यू आ तो आ देखो नैगेटिव आ गई, तो एक नैगेटिव साढ़े को पहले ही आ। नैगेटिव नैगेटिव की बन गया पॉजिटिव, ये देखो पॉजिटिव बन गया, तो यदा एलसीएम लिया 2 ओवर √2, उपरले 2 नूं मैं लिख लिया 2 रूट इंटू √2, 2 ना 2 कटिया गया, ये आ गया 2। सिमिलरली आ गई जी दूसरी वैल्यू सी, दैट इज एक्स इज इक्वल टू 7 पाई बाई 4। सो ये वैल्यू जो पुट की माइनस इत्थे हुण जिथे साढ़े कोल इत्थे लिखना 7 पाई बाई 4, इत्थे 7 पाई बाई 4, इत्थे भी 7 पाई बाई 4 पुट की, इत्थे भी 7 पाई बाई 4, दोनों ने वैल्यू मैनू पॉजिटिव दे दी। साइन हमेशा देखो इत्थे 7 पाई बाई 4 ते वैल्यू नैगेटिव मिलती है, 7 पाई बाई 4 ते वैल्यू नैगेटिव दिंदा, जे नैगेटिव दिंदा सी तो नैगेटिव नैगेटिव की आ गई प्लस, ठीक है 1/2 अंटू प्लस, तो इधर कॉज 3 पाई बाई 4 नैगेटिव दिंदा सी, बट 7 पाई बाई 4 पॉजिटिव दिंदा, आ पॉजिटिव आ गई है। इन्होंने दोनों पाई बाई 4 सीधे पाई बाई 4 भी लिख सकते हैं। इन्हों किया ऐड 2√2 इज इक्वल टू 2 इज ग्रेटर दैन इक्वल टू 0, तो जो 0 की वैल्यू 2 की वैल्यू 0 तो वड्डी आ गई, दैट इज लोकल मिनीमा। तो नाल ही कोरसपोंडिंग वैल्यू साढ़े कोल किदां, ये वैल्यू जिहड़ी हैगी साढ़े कोल जिहड़ी ये वैल्यू जिहड़ी आ वो स्टार्टिंग वाले फंक्शन इत्थे भी पुट करती 7 पाई बाई 4 7 पाई बाई 4, तो आ 7 पाई बाई 4 इत्थे 7 पाई बाई 4, साइन 7 पाई बाई 4 नैगेटिव वैल्यू दिंदा, कॉज 7 पाई बाई 4 जिहड़ा पॉजिटिव वैल्यू दिंदा, बट नैगेटिव इस करके क्योंकि इत्थे भी नैगेटिव आ। -1 बाई √2 -1 बाई √2, ये चीज़ मैं पहले भी कढ़ चुका हाँ, कित्थे हैगा आ देख सकते हो, -1 बाई √2 -1 बाई √2, ਇਹਦਾ ਐਲਸੀਐਮ ਇੰਨਾ ਆ ਗਿਆ ਸੀ, ਇਸ ਨੂੰ ਸੋਲਵ ਕਰਕੇ ਇੰਨਾ ਲਿਖ ਸਕਦੇ। ਸੋ ਆਪਾਂ ਡਾਇਰੈਕਟ ਜੋ ਇਹ ਦਿੱਤਾ ਹੋਇਆ ਮੈਂ ਇੱਥੇ ਡਾਇਰੈਕਟ ਉਹ ਹੀ ਲਿਖਤਾ ਹੈ। ਠੀਕ ਹੈ ਜੀ, ਕਲੀਅਰ ਹੈ। ਨੈਕਸਟ ਦੇਖਦੇ ਹਾਂ। नेक्स्ट क्वेश्चन बिल्कुल सेम है, एफ एक्स इज इक्वल टू साइन एक्स प्लस कॉज एक्स, 0 इज लैस दैन एक्स इज लैस दैन पाई बाई 4। फस्ट आप मैं सिंगल डेरीवेटिव कर लिया, साइन का डेरीवेटिव कॉज का डेरीवेटिव माइनस साइन, सिंगल डेरीवेटिव ने इक्वल टू 0 किया, 0 करन तो बाद ये साइन नूं चक के इधर लै गया, नैगेटिव इधर पॉजिटिव बन गया, इस कॉज नूं चक के मैं इस नीचे लै गया, ये बन गया साइन बटा कॉस टैन, ये आ गया 1। टैन किन्ने डिग्री ते 1 हुंदा, हमेशा 45 डिग्री, तो 45 डिग्री इस करके लेना है क्योंकि ਜਿਹੜੀਆਂ भी वैल्यू ਲਈਆਂ ਉਹ ਇਹਨਾਂ ਦੋਨਾਂ ਦੇ ਵਿਚਕਾਰ ਲਾਈ ਕਰਦੀਆਂ ਹੋਣੀਆਂ ਚਾਹੀਦੀਆਂ ਆ। ਜਿਹੜਾ ਪਿਛਲਾ ਕੁਐਸਚਨ ਮੈਂ ਕੀਤਾ ਸੀ, ਆ ਜਿਹੜੀਆਂ ਵੈਲਿਊ ਸਾਡੇ ਕੋਲ ਆਈਆਂ ਸੀਗੀਆਂ ਇਹ ਦੋਨੇ ਹੀ ਵੈਲਿਊ ਇਹਦੇ ਵਿੱਚ ਲਾਈ ਕਰਦੀਆਂ ਹੋਣੀਆਂ ਚਾਹੀਦੀਆਂ ਆ। ਠੀਕ ਹੈ, ਸੋ ਸਿਮਿਲਰਲੀ 0 ਤੋਂ ਲੈ ਕੇ 90 ਦੇ ਵਿਚਕਾਰ 45 डिग्री ਲਾਈ ਕਰਦਾ ਆ। ਸੋ ਇਹਦੇ ਨਾਲ ਇਹ ਕੱਟਿਆ ਗਿਆ, x ਦੀ ਵੈਲਿਊ ਆ ਗਈ ਪਾਈ ਬਾਈ 4। ਸੋ ਡਬਲ ਡੈਰੀਵੇਟਿਵ ਕੱਢਿਆ, cos का डेरीवेटिव माइनस साइन और साइन का डेरीवेटिव cos नेगेटिव पहले ही आ गया।
एक्स की वैल्यू π/4 इत्थे पुट की, π/4 इत्थे पुट की, और रह गया -1/2 ये वैल्यू पता वा, ये वैल्यू भी तुहानूं पता। और ये चीज़ जी ऑलरेडी मैं पिछले क्वेश्चन च भी की, एलसीएम लिया -2√2, इसमें इदा भी लिख सकते, इन्ना ये कटिया गया -2 लैस दैन 0 आ, 0 तो छोटा है तो लोकल मैक्सीमा। तो कोरसपोंडिंग वैल्यू कढ़ने वास्ते यही एक्स की वैल्यू π/4 चक के तुसीं इत्थे भी पुट करनी है। जो एक्स की वैल्यू π/4 चक के तुसीं इत्थे पुट की तो sin π/4 cos π/4 1/√2 प्लस 1/√2 2√2, इसमें लिख लिया √2 इंटू √2, ये कैंसिल हो गया, रह गया √2। ठीक है जी, ये साडा आंसर हैगा। ठीक है जी, ये सी साडा अज दा लास्ट टॉपिक, ये सी साडे कोल लोकल मैक्सीमा एंड लोकल मिनीमा। नैक्सट बेटा जिहड़ा असीं करना है वो करना हैगा एब्सोल्यूट मैक्सीमा और एब्सोल्यूट मिनीमा। आ साडे कोल क्वेश्चन आ जी लोकल मैक्सीमा लोकल मिनीमम दे जिहड़े तुहानूं मैं एज ए होमवर्क दित्ते आ। सो प्लीज़ करना जरूर। अगर किसी बच्चे का क्वेश्चन ना निकले तो मैनूं कमेंट दे विच जरूर लिखना, ठीक है, ਜਾਂ मैसेज करना तो दसना मैनूं कि क्वेश्चन नहीं निकलिया, मैं क्वेश्चन तुहाडे कर दांगा। सो प्लीज़ मेरे चैनल को सबसक्राइब लाइक और शेयर जरूर करना। और मैं सारे बच्चों को कहना है कि मेरे को जी क्लास आर्ट्स हैगी, और उन्होंने बच्चों को कहना है सारे कि नॉन मैडिकल के बच्चों तक भी मेरी वीडियो जरूर पहुँचाई जाए, तो जो वो भी इस वीडियो का फ़ायदा लै सकन। ठीक है जी, थैंक यू वेरी मच।